हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਚੀਨ ਆਪਣੇ ਦੇਸ਼ ਵਿੱਚੋਂ ਦੂਜੇ ਦੇਸ਼ਾਂ ਨੂੰ ਬਹੁਤ ਸਾਰੇ ਪ੍ਰੋਡਕਟ ਐਕਸਪੋਰਟ ਕਰਦਾ ਹੈ, ਜਿਸ ਤੋਂ ਉਹ ਬਹੁਤ ਸਾਰੇ ਪੈਸੇ ਵੀ ਕਮਾਉਂਦਾ ਹੈ। ਪਰ ਦੂਜੇ ਦੇਸ਼ਾਂ ਦੀਆਂ ਚੀਜ਼ਾਂ ਆਪਣੇ ਦੇਸ਼ ਵਿੱਚ ਨਹੀਂ ਆਉਣ ਦਿੰਦਾ। ਉਹ ਚਾਹੁੰਦਾ ਹੈ ਕਿ ਪੂਰਾ ਚਾਈਨਾ ਸਾਡੇ ਚਾਈਨਾ ਦੀ ਹੀ ਚੀਜ਼ ਖਰੀਦੇ, ਜਿਸ ਕਰਕੇ ਉਹਨਾਂ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਕਾਪੀ ਪ੍ਰੋਡਕਟ ਤੇ ਕੰਪਨੀਆਂ ਦੀਆਂ ਹੀ ਕਾਪੀਆਂ ਆਪਣੇ ਦੇਸ਼ ਵਿੱਚ ਬਣਾਈਆਂ ਹੋਈਆਂ ਨੇ। ਉਹਨਾਂ ਨੇ ਸਸਤੀ ਕੁਆਲਿਟੀ ਵਿੱਚ ਆਪਣੇ ਦੇਸ਼ ਦੇ ਪ੍ਰੋਡਕਟ ਬਣਾਏ ਹੋਏ ਨੇ, ਜਿਵੇਂ ਕਿ ਸਟਾਰਬਕਸ ਕੰਪਨੀ ਨੂੰ ਚੀਨ ਨੇ ਸਨਬਕਸ ਬਣਾ ਦਿੱਤਾ ਹੈ ਤੇ KFC ਨੂੰ KFG ਤੇ ਕਾਰਾਂ ਵਿੱਚ ਰਾਇਲਸ ਰॉयस ਨੂੰ ਗਿਲੀ ਗੀ, ਰੇਂਜ ਰੋਵਰ ਦਾ ਲੈਂਡਵਿੰਡ, ਵਾਲਮਾਰਟ ਨੂੰ ਬੰਮਾਰਟ ਤੇ ਔਰੀਓ ਨੂੰ ਵਾਰੀਓ ਤੇ ਨੋਕੀਆ ਨੂੰ ਨੋਕਲਾ ਨਾਮ ਦੀ ਕੰਪਨੀ ਬਣਾ ਦਿੱਤਾ ਹੈ। ਤੇ ਇਹਨਾਂ ਚੀਜ਼ਾਂ ਦਾ ਡਿਜ਼ਾਈਨ ਚੀਨ ਨੇ ਬਿਲਕੁਲ ਕਾਪੀ ਮਾਰ ਲਿਆ ਹੈ, ਪਰ ਕੁਆਲਿਟੀ ਉਹਨਾਂ ਦੇ ਬਰਾਬਰ ਦੀ ਨਹੀਂ ਹੈ। ਤੇ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਚੀਨ ਨੇ ਕਾਪੀ ਕੀਤੀਆਂ ਨੇ। ਤੇ ਇਹ ਜੋ ਚਾਈਨਾ ਨੇ ਕਾਪੀ ਪ੍ਰੋਡਕਟ ਬਣਾਏ ਹੋਏ ਨੇ, ਇਹਨਾਂ ਦੇ ਜਿਵੇਂ ਕਿ ਅਸਲੀ KFC, ਅਸਲੀ ਰੇਂਜ ਰੋਵਰ, ਇਹ ਬਿਲਕੁਲ ਹੀ ਉੱਥੇ ਬੰਦ ਨਹੀਂ ਹੈ, ਇਹ ਉੱਥੇ ਮਿਲਦੇ ਨੇ। ਪਰ ਇਸ ਤਰ੍ਹਾਂ ਹੈ ਕਿ ਜੋ ਘੱਟ ਰੇਟ ਤੇ ਇਹਨਾਂ ਦੇ ਆਪਣੇ ਬਣੇ ਹੋਏ ਨੇ, ਉਹਨਾਂ ਦੀ ਸੇਲ ਜ਼ਿਆਦਾ ਹੁੰਦੀ ਹੈ। ਤੇ ਚੀਨ ਨੇ ਇਸ ਤੋਂ ਵੀ ਅੱਗੇ ਲੰਘ ਕੇ ਇੱਕ ਵਾਰ ਪੂਰੇ ਦੇ ਪੂਰੇ ਦੇਸ਼ ਦੇ ਡਿਜ਼ਾਈਨ ਹੀ ਕਾਪੀ ਕਰਕੇ ਆਪਣੇ ਦੇਸ਼ ਵਿੱਚ ਬਣਾਏ ਸੀ। ਜਿਵੇਂ ਕਿ ਪੈਰਿਸ ਦੇ ਆਈਫਲ ਟਾਵਰ ਦਾ ਡਿਜ਼ਾਈਨ ਕਾਪੀ ਕਰਕੇ ਪੂਰੇ ਦੀ ਪੂਰੀ ਪੈਰਿਸ ਸਿਟੀ ਹੀ ਬਣਾ ਦਿੱਤੀ ਤੇ ਨਾਮ ਰੱਖਿਆ ਟਿਆਨਡੂਚਿੰਗ, ਤੇ ਇਹ ਪੂਰਾ ਪੈਰਿਸ ਦਾ ਕਾਪੀ ਸੀ। ਤੇ ਇਸੇ ਤਰ੍ਹਾਂ ਇੰਗਲੈਂਡ, ਆਸਟਰੀਆ, ਵੈਨਿਸ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੀਆਂ ਮਸ਼ਹੂਰ ਸਿਟੀਆਂ ਦੀਆਂ ਕਾਪੀਆਂ ਕਰਕੇ ਇਹਨਾਂ ਨੇ ਆਪਣੇ ਦੇਸ਼ ਵਿੱਚ ਬਣਾਈਆਂ ਨੇ। ਇਹ ਪ੍ਰੋਜੈਕਟ 2000 ਵਿੱਚ ਸ਼ੁਰੂ ਹੋਇਆ ਸੀ। ਇਸ ਦੇ ਲਈ ਚਾਈਨਾ ਨੇ ਕਈ ਮਿਲੀਅਨ ਡਾਲਰ ਖਰਚ ਕੀਤੇ ਨੇ, ਪਰ ਆਖਰ ਵਿੱਚ ਇਹ ਫਲॉप ਹੋ ਗਿਆ ਕਿਉਂਕਿ ਟੂਰਿਸਟ ਨੇ ਉੱਥੇ ਜਾਣ ਵਿੱਚ ਇੰਟਰਸਟ ਨਹੀਂ ਦਿਖਾਇਆ ਤੇ ਚਾਈਨਾ ਦੇ ਲੋਕ ਸ਼ੁਰੂ ਵਿੱਚ ਉੱਥੇ ਗਏ ਪਰ ਬਾਅਦ ਵਿੱਚ ਜਾਣਾ ਬੰਦ ਕਰ ਦਿੱਤਾ। ਤੇ ਹੁਣ ਆਪਣੇ ਹੀ ਦੇਸ਼ ਦੇ ਲੋਕ ਉਹਨਾਂ ਥਾਵਾਂ ਨੂੰ ਬਾਰ-ਬਾਰ ਕਿੰਨੀ ਕੁ ਵਾਰ ਦੇਖੀ ਜਾਣਗੇ। ਸੋ ਇਸ ਕਰਕੇ ਇਹਨਾਂ ਥਾਵਾਂ ਨੂੰ ਅੱਜਕੱਲ ਜ਼ਿਆਦਾਤਰ ਫੋਟੋ ਸ਼ੂਟ ਲਈ ਵਰਤਿਆ ਜਾਂਦਾ ਹੈ। ਤੇ ਅੱਗੇ ਗੱਲ ਕਰਦੇ ਹਾਂ, ਤੁਹਾਨੂੰ ਉਹਨਾਂ ਜਾਨਵਰਾਂ ਬਾਰੇ ਦੱਸਦੇ ਹਾਂ ਜੋ ਕਦੇ ਵੀ ਨਹੀਂ ਮਰਦੇ। ਜੇਕਰ ਇਹਨਾਂ ਦਾ ਸ਼ਿਕਾਰ ਨਾ ਕੀਤਾ ਜਾਵੇ ਤਾਂ ਇਹ ਕਦੇ ਵੀ ਨਹੀਂ ਮਰਨਗੇ। ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਆਉਂਦੀ ਹੈ ਲੈਂਗਫਿਸ਼। ਇਹ ਅਫਰੀਕਾ ਵਿੱਚ ਪਾਈ ਜਾਂਦੀ ਹੈ। ਇਹ ਮੱਛੀ 5 ਸਾਲ ਤੱਕ ਬਿਨਾਂ ਕੁਝ ਖਾਦੇ ਪੀਤੇ ਰਹਿ ਸਕਦੀ ਹੈ ਤੇ ਬਿਨਾਂ ਪਾਣੀ ਤੋਂ ਜਿਉਂਦੀ ਰਹਿ ਸਕਦੀ ਹੈ। ਇਹ ਤਲਾਬ ਸੁੱਕਣ ਤੋਂ ਬਾਅਦ ਚਿੱਕੜ ਵਿੱਚ ਵੀ ਰਹਿ ਕੇ ਜਿਉਂਦੀ ਰਹਿ ਸਕਦੀ ਹੈ। ਇਹ ਕਦੇ ਵੀ ਨਹੀਂ ਮਰਦੀ ਜੇਕਰ ਇਸ ਦਾ ਸ਼ਿਕਾਰ ਨਾ ਕੀਤਾ ਜਾਵੇ। ਤੇ ਦੂਜੇ ਨੰਬਰ ਤੇ ਆਉਂਦਾ ਹੈਡਰਾ। ਇਹ ਇੱਕ ਅਜਿਹਾ ਜੀਵ ਹੈ, ਜੇਕਰ ਇਸ ਦਾ ਕੋਈ ਵੀ ਅੰਗ ਖਰਾਬ ਹੋ ਜਾਵੇ ਤਾਂ ਉਸ ਨੂੰ ਇਹ ਸਰੀਰ ਤੋਂ ਅਲੱਗ ਕਰ ਦਿੰਦਾ ਹੈ ਤੇ ਨਵੇਂ ਅੰਗ ਨੂੰ ਪੈਦਾ ਕਰ ਲੈਂਦਾ ਹੈ। ਇਸ ਦੀ ਉਮਰ ਦਾ ਅੰਦਾਜ਼ਾ ਵਿਗਿਆਨੀ ਅੱਜ ਤੱਕ ਨਹੀਂ ਲਾ ਪਾਏ। ਤੇ ਤੀਜੇ ਨੰਬਰ ਤੇ ਆਉਂਦੀ ਹੈ ਜੈਲੀਫਿਸ਼। ਜੇ ਇਸ ਨੂੰ ਦੋ ਅਲੱਗ-ਅਲੱਗ ਭਾਗਾਂ ਵਿੱਚ ਕੱਟ ਦਿੱਤਾ ਜਾਵੇ ਤਾਂ ਇਹ ਦੋ ਅਲੱਗ-ਅਲੱਗ ਜੈਲੀਫਿਸ਼ਾਂ ਦਾ ਜਨਮ ਹੋ ਜਾਂਦਾ ਹੈ। ਤੇ ਇਹ ਜੇ ਮਰ ਜਾਵੇ ਤਾਂ ਇਹ ਸਮੁੰਦਰ ਦੇ ਤੱਟ ਤੇ ਚਲੀ ਜਾਂਦੀ ਹੈ ਤੇ ਇਸ ਦੀਆਂ ਕੋਸ਼ਿਕਾਵਾਂ ਦੁਬਾਰਾ ਤੋਂ ਜੈਲੀਫਿਸ਼ ਦਾ ਜਨਮ ਕਰ ਲੈਂਦੀਆਂ ਨੇ। ਮਤਲਬ ਇਹ ਡਾਇਰੈਕਟਲੀ ਕਦੇ ਵੀ ਨਹੀਂ ਮਰਦੀ ਜੇਕਰ ਇਸ ਦਾ ਸ਼ਿਕਾਰ ਨਾ ਕੀਤਾ ਜਾਵੇ। ਤੇ ਅੱਗੇ ਗੱਲ ਕਰਦੇ ਹਾਂ, ਬਹੁਤ ਘੱਟ ਲੋਕ ਜਾਣਦੇ ਨੇ ਕਿ ਹਾਥੀ ਬਹੁਤ ਹੀ ਗਰਮ ਖੂਨ ਵਾਲਾ ਜਾਨਵਰ ਹੈ। ਇਹ ਜ਼ਿਆਦਾਤਰ ਹੌਟ ਕਲਾਈਮੇਟ ਵਿੱਚ ਹੀ ਪਾਏ ਜਾਂਦੇ ਨੇ, ਜਿਸ ਕਰਕੇ ਇਸ ਦੇ ਖੂਨ ਨੂੰ ਠੰਡਾ ਕਰਨ ਦਾ ਕੰਮ ਇਸ ਦੇ ਵੱਡੇ ਤੇ ਸੌਫਟ ਕੰਨ ਕਰਦੇ ਨੇ। ਜੇਕਰ ਇਸ ਦੇ ਕੰਨਾਂ ਦਾ ਐਕਸ-ਰੇ ਕੀਤਾ ਜਾਵੇ ਤਾਂ ਉੱਥੇ ਬਹੁਤ ਹੀ ਛੋਟੀਆਂ-ਛੋਟੀਆਂ ਨਾੜੀਆਂ ਦਾ ਜਾਲ ਹੁੰਦਾ ਹੈ। ਜਦੋਂ ਇਸ ਨੇ ਆਪਣੇ ਆਪ ਨੂੰ ਠੰਡਾ ਰੱਖਣਾ ਹੋਵੇ ਤਾਂ ਹੀਟ ਇਸ ਦੇ ਕੰਨਾਂ ਚੋਂ ਬਾਹਰ ਨਿਕਲਦੀ ਹੈ। ਜਦੋਂ ਇਸ ਦੇ ਕੰਨਾਂ ਵਿੱਚ ਮੌਜੂਦ ਬਲੱਡ ਵੈਸਲ ਵਿੱਚੋਂ ਖੂਨ ਪਾਸ ਹੁੰਦਾ ਹੈ ਤਾਂ ਉਹ ਠੰਡਾ ਹੋ ਜਾਂਦਾ ਹੈ ਤੇ ਇੱਥੋਂ ਜਦੋਂ ਖੂਨ ਗੁਜ਼ਰਦਾ ਹੈ ਤਾਂ ਹਾਥੀ ਦੇ ਸਰੀਰਕ ਤਾਪਮਾਨ ਨੂੰ ਬਾਹਰੀ ਤਾਪਮਾਨ ਤੋਂ 5 ਡਿਗਰੀ ਤੱਕ ਘੱਟ ਕਰ ਦਿੰਦਾ ਹੈ। ਮਤਲਬ ਇਸ ਦੇ ਕੰਨ ਪੂਰੀ ਤਰ੍ਹਾਂ ਰੇਡੀਏਟਰ ਦੀ ਤਰ੍ਹਾਂ ਕੰਮ ਕਰਦੇ ਨੇ। ਤੇ ਤੁਹਾਨੂੰ ਦੱਸ ਦਈਏ ਕਿ ਜ਼ਮੀਨ ਤੇ ਰਹਿਣ ਵਾਲੇ ਕਿਸੇ ਵੀ ਜਾਨਵਰ ਵਿੱਚੋਂ ਸਭ ਤੋਂ ਵੱਡਾ ਦਿਮਾਗ ਹਾਥੀ ਦਾ ਹੀ ਹੁੰਦਾ ਹੈ ਤੇ ਇਸ ਦੇ ਬ੍ਰੇਨ ਦੇ ਕਾਫੀ ਨਿਊਰਨ ਇਨਸਾਨੀ ਦਿਮਾਗ ਨਾਲ ਮਿਲਦੇ ਜੁਲਦੇ ਨੇ। ਤੇ ਇਸ ਕਰਕੇ ਹੀ ਹਾਥੀ ਨਵੀਆਂ ਚੀਜ਼ਾਂ ਨੂੰ ਬਾਕੀ ਜਾਨਵਰਾਂ ਦੇ ਮੁਕਾਬਲੇ ਵਿੱਚ ਛੇਤੀ ਸਿੱਖ ਲੈਂਦਾ ਹੈ ਤੇ ਇਸ ਵਿੱਚ ਇਨਸਾਨਾਂ ਵਾਂਗ ਇਮੋਸ਼ਨਸ ਤੇ ਰੰਗਾਂ ਨੂੰ ਪਛਾਣਨ ਦੀ ਸ਼ਕਤੀ ਹੁੰਦੀ ਹੈ, ਜੋ ਕਿ ਇੱਕ ਜਾਨਵਰ ਦੇ ਤੌਰ ਤੇ ਕਾਫੀ ਜ਼ਿਆਦਾ ਹੈ। ਤੇ ਅੱਗੇ ਗੱਲ ਕਰਦੇ ਹਾਂ, ਪਹੀਏ ਦਾ ਅਵਿਸ਼ਕਾਰ ਕਦੋਂ ਤੇ ਕਿਵੇਂ ਹੋਇਆ। ਪਹੀਏ ਦਾ ਅਵਿਸ਼ਕਾਰ 7000 ਸਾਲ ਪਹਿਲਾਂ ਏਸ਼ੀਅੰਟ ਮੈਸੋਪੋਟੇਮੀਆ ਵਿੱਚ ਹੋਇਆ ਸੀ। ਉਸ ਵਕਤ ਇਸ ਦੀ ਵਰਤੋਂ ਬਰਤਨ ਬਣਾਉਣ ਲਈ ਕੀਤੀ ਜਾਂਦੀ ਸੀ ਤੇ ਅੱਜ ਤੋਂ 5100 ਸਾਲ ਪਹਿਲਾਂ ਪਹੀਏ ਦੀ ਵਰਤੋਂ ਟਰਾਂਸਪੋਰਟ ਲਈ ਕਰਨੀ ਸ਼ੁਰੂ ਕਰ ਦਿੱਤੀ। ਇਹ ਅਵਿਸ਼ਕਾਰ ਵੀ ਏਸ਼ੀਅੰਟ ਮੈਸੋਪੋਟੇਮੀਆ ਦੇ ਲੋਕਾਂ ਨੇ ਹੀ ਕੀਤਾ ਸੀ, ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਫਲੈਟ ਚੀਜ਼ ਨੂੰ ਘੜੀਸਣ ਤੋਂ ਚੰਗਾ ਹੈ ਕਿ ਗੋਲ ਚੀਜ਼ ਤੇ ਰੱਖ ਕੇ ਘੁਮਾਇਆ ਜਾਵੇ, ਜਿਸ ਤੋਂ ਬਾਅਦ ਟਾਇਰ ਦੀ ਸ਼ੁਰੂਆਤ ਹੋਈ। ਸੋ ਇਹ ਗੱਲ ਸੁਣਨ ਵਿੱਚ ਬੇਸ਼ੱਕ ਮਾਮੂਲੀ ਜੀ ਲੱਗਦੀ ਹੈ, ਪਰ ਇਹ ਆਈਡੀਆ ਅੱਜ ਦੇ ਸਮੇਂ ਦੀ ਆਵਾਜਾਈ ਦਾ ਇੱਕ ਰੈਵੋਲੂਸ਼ਨ ਸੀ, ਜੋ ਕਿ ਉਸ ਸਮੇਂ ਬੜੇ ਹੀ ਸਾਲਾਂ ਬਾਅਦ ਦਿਮਾਗ ਵਿੱਚ ਆਇਆ ਸੀ। ਸੋ ਅੱਗੇ ਗੱਲ ਕਰਦੇ ਹਾਂ, ਕੀ ਤੁਹਾਨੂੰ ਪਤਾ ਹੈ ਕਿ ਆਪਣੇ ਇੰਡੀਆ ਦੀ
ਸੰਸਦ ਦੇ ਛੱਤ ਵਾਲੇ ਪੱਖੇ ਛੱਤ ਤੇ ਕਿਉਂ ਨਹੀਂ ਲਾਏ ਗਏ, ਸਗੋਂ ਇਸ ਤਰ੍ਹਾਂ ਪਿੱਲਰ ਖੜੇ ਕਰਕੇ ਉਲਟੇ ਲਗਾਏ ਗਏ ਨੇ। ਇਸ ਪਿੱਛੇ ਕਾਰਨ ਹੈ ਸੰਸਦ ਦਾ ਡਿਜ਼ਾਈਨ। ਜਦੋਂ ਸੰਸਦ ਬਣਾਈ ਗਈ ਸੀ ਤਾਂ ਇਸ ਦੇ ਗੁੰਬਦ ਨੂੰ ਬਹੁਤ ਉੱਚਾ ਡਿਜ਼ਾਈਨ ਕੀਤਾ ਗਿਆ ਕਿਉਂਕਿ ਉਹ ਸੰਸਦ ਦੀ ਖਿੱਚ ਦਾ ਕੇਂਦਰ ਸੀ। ਪਰ ਜਦੋਂ ਇਸ ਦਾ ਕੰਮ ਪੂਰਾ ਹੋਣ ਤੋਂ ਬਾਅਦ ਪੱਖੇ ਲਗਾਉਣ ਦੀ ਵਾਰੀ ਆਈ ਤਾਂ ਛੱਤ ਉੱਚੀ ਹੋਣ ਕਰਕੇ ਪੱਖੇ ਲਗਾਉਣੇ ਬਹੁਤ ਔਖੇ ਹੋ ਰਹੇ ਸੀ ਤੇ ਜਿਸ ਕਰਕੇ ਇਹ ਹਾਲ ਵਿੱਚ ਹਵਾ ਦਾ ਨਿਕਾਸ ਸਹੀ ਨਹੀਂ ਹੋ ਰਿਹਾ ਸੀ। ਜਿਸ ਤੋਂ ਬਾਅਦ ਕੁਝ ਇੰਜੀਨੀਅਰਾਂ ਨੇ ਇਸ ਤਰ੍ਹਾਂ ਪਿੱਲਰ ਲਾ ਕੇ ਪੱਖੇ ਲਾਉਣ ਦਾ ਸੁਝਾਅ ਦਿੱਤਾ ਸੀ ਤੇ ਉਸ ਨੂੰ ਮੰਨ ਵੀ ਲਿਆ ਤੇ ਇਸ ਕਾਰਨ ਸੰਸਦ ਵਿੱਚ ਪੱਖੇ ਇਸ ਤਰ੍ਹਾਂ ਉਲਟੇ ਲਗਾਏ ਗਏ ਨੇ। ਬੇਸ਼ੱਕ ਹੁਣ ਸੰਸਦ ਵਿੱਚ ਏਸੀ ਲਗਾ ਦਿੱਤੇ ਨੇ ਪਰ ਇਤਿਹਾਸਕ ਤੌਰ ਤੇ ਇਹਨਾਂ ਪੱਖਿਆਂ ਨੂੰ ਇੱਥੇ ਸਾਂਭਿਆ ਗਿਆ ਹੈ। ਤੇ ਅੱਗੇ ਗੱਲ ਕਰਦੇ ਹਾਂ ਸਟੈਚੂ ਆਫ ਲਿਬਰਟੀ। ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਟਾਪੂ ਤੇ ਲਗਾਈ ਗਈ ਹੈ। ਇਹ ਮੂਰਤੀ ਅਸਲ ਵਿੱਚ ਅਮਰੀਕਾ ਨੇ ਨਹੀਂ ਬਣਾਈ ਸੀ ਬਲਕਿ 1886 ਵਿੱਚ ਫਰਾਂਸ ਨੇ ਅਮਰੀਕਾ ਨੂੰ ਇਹ ਗਿਫਟ ਵਿੱਚ ਦਿੱਤੀ ਸੀ ਤੇ ਇਸ ਨੂੰ ਫਰਾਂਸ ਵਿੱਚ ਬਣਾਇਆ ਗਿਆ ਸੀ ਤੇ ਸ਼ਿਪ ਰਾਹੀਂ ਅਮਰੀਕਾ ਲਿਆਂਦਾ ਗਿਆ ਤੇ ਫਰਾਂਸ ਨੇ ਅਮਰੀਕਾ ਨੂੰ ਇਹ ਤੋਹਫਾ ਇਸ ਕਰਕੇ ਦਿੱਤਾ ਸੀ ਕਿਉਂਕਿ ਅਮਰੀਕਾ ਦੀ ਆਜ਼ਾਦੀ ਦੀ ਲੜਾਈ ਵਿੱਚ ਫਰਾਂਸ ਨੇ ਸਾਥ ਦਿੱਤਾ ਸੀ ਤੇ ਇਸ ਨੂੰ ਫਰੈਡਰਿਕ ਅਗਸਤ ਵਿਟੋਲਡੀ ਨੇ ਬਣਾਇਆ ਸੀ ਤੇ ਇਸ ਦਾ ਡਿਜ਼ਾਈਨ ਗਸਟਵ ਆਈਫਲ ਨੇ ਤਿਆਰ ਕੀਤਾ ਸੀ। ਤੇ ਤੁਹਾਨੂੰ ਦੱਸ ਦਈਏ ਕਿ ਗਸਟਵ ਆਈਫਲ ਨੇ ਹੀ ਆਈਫਲ ਟਾਵਰ ਬਣਾਇਆ ਸੀ ਤੇ ਆਈਫਲ ਟਾਵਰ ਨੂੰ ਬਣਾਉਣ ਵਿੱਚ ਜੋ ਖਰਚ ਆਇਆ ਸੀ ਉਸ ਦਾ 80% ਇੱਕ ਬੰਦੇ ਨੇ ਦਿੱਤਾ ਸੀ ਜਿਸ ਦਾ ਨਾਮ ਸੀ ਸਟੀਵਨ ਸਬਸਟਰੇ। ਮਤਲਬ ਅਮਰੀਕਾ ਦੀ ਮਸ਼ਹੂਰ ਟੂਰਿਸਟ ਪਲੇਸ ਗਿਫਟ ਕੀਤੀ ਗਈ ਸੀ ਤੇ ਪੈਰਿਸ ਦਾ ਆਈਫਲ ਟਾਵਰ ਇੱਕ ਬੰਦੇ ਦੁਆਰਾ ਬਣਾਇਆ ਗਿਆ ਹੈ। ਪਰ ਸਾਡੇ ਦੇਸ਼ ਵਿੱਚ ਸਟੈਚੂ ਲੋਕਾਂ ਦੇ ਟੈਕਸ ਨਾਲ ਬਣਾਇਆ ਗਿਆ ਹੈ ਜਿਸ ਨੂੰ ਬਹੁਤ ਹੀ ਮਹਾਨ ਕੰਮ ਦੱਸਿਆ ਜਾਂਦਾ ਹੈ। ਪਰ ਅਸੀਂ ਉਹਨਾਂ ਦੇਸ਼ਾਂ ਤੋਂ ਕੁਝ ਸਿੱਖਦੇ ਨਹੀਂ ਕਿ ਸਟੈਚੂ ਤੋਂ ਪਹਿਲਾਂ ਲੋਕਾਂ ਦੀ ਬੇਸਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ। ਸੋ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਉਹਨਾਂ ਦੇਸ਼ਾਂ ਦੀਆਂ ਇਹ ਚੀਜ਼ਾਂ ਤਾਂ ਦਿਖ ਜਾਂਦੀਆਂ ਨੇ ਪਰ ਇਹ ਨਹੀਂ ਦਿਖਦਾ ਕਿ ਉਹ ਦੇਸ਼ ਇਨਸਾਨ ਤਾਂ ਦੂਰ ਦੀ ਗੱਲ ਹੈ ਉਹਨਾਂ ਲਈ ਇੱਕ ਛੋਟੇ ਤੋਂ ਛੋਟੇ ਜੀਵ ਵੀ ਉਨੇ ਹੀ ਮਾਇਨੇ ਰੱਖਦੇ ਨੇ, ਉਹਨਾਂ ਦੀ ਜਾਨ ਵੀ ਉਨੇ ਹੀ ਮਾਇਨੇ ਰੱਖਦੀ ਹੈ ਜਿੰਨੀ ਇਨਸਾਨ ਦੀ ਹੈ। ਸੋ ਦੇਸ਼ ਵਿੱਚ ਅਜਿਹੀਆਂ ਚੀਜ਼ਾਂ ਬਣਾਉਣੀਆਂ ਜ਼ਰੂਰੀ ਨੇ ਪਰ ਜੇਕਰ ਉੱਥੇ ਟੂਰਿਸਟ ਲੋਕ ਜ਼ਿਆਦਾ ਆਉਣਗੇ ਤਾਂ ਹੀ ਸਾਨੂੰ ਫਾਇਦਾ ਹੋਵੇਗਾ, ਨਹੀਂ ਉਸ ਨੂੰ ਫਲॉप ਹੀ ਮੰਨਿਆ ਜਾਵੇਗਾ ਜੇਕਰ ਉਸ ਤੋਂ ਦੇਸ਼ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਪਰ ਅਸੀਂ ਹਾਲੇ ਤੱਕ ਇਨਸਾਨਾਂ ਨੂੰ ਵੀ ਪੂਰੀ ਤਰ੍ਹਾਂ ਫੈਸਿਲਿਟੀ ਨਹੀਂ ਦੇ ਪਾ ਰਹੇ। ਉੱਥੇ ਹਰ ਛੋਟੇ ਤੋਂ ਛੋਟੇ ਬੰਦੇ ਲਈ ਹੈਲੀਕਾਪਟਰ ਲਿਆਂਦਾ ਜਾ ਸਕਦਾ ਹੈ ਪਰ ਇੱਥੇ ਸਿਰਫ VIP ਲਈ। ਸੋ ਅੱਗੇ ਗੱਲ ਕਰਦੇ ਹਾਂ, ਇੱਕ ਵਾਰ ਇੱਕ ਰਾਜੇ ਨੂੰ ਵਿਰਸੇ ਵਿੱਚ ਰਾਜ ਗੱਦੀ ਮਿਲੀ ਤੇ ਉਸ ਦਾ ਅਕਲ ਵਾਲਾ ਪੱਖ ਥੋੜਾ ਕਮਜ਼ੋਰ ਹੀ ਸੀ ਕਿਉਂਕਿ ਉਸ ਨੂੰ ਮਿਹਨਤ ਨਾ ਕਰਕੇ ਹੀ ਸ਼ੁਰੂ ਤੋਂ ਚੀਜ਼ਾਂ ਮਿਲਦੀਆਂ ਰਹੀਆਂ ਸੀ ਤੇ ਇਸੇ ਤਰ੍ਹਾਂ ਉਸ ਨੂੰ ਗੱਦੀ ਮਿਲੀ ਤੇ ਇੱਕ ਵਾਰ ਸ਼ਿਕਾਰ ਕਰਦਿਆਂ ਰਾਜੇ ਦੇ ਪੈਰ ਵਿੱਚ ਕੰਡਾ ਚੁੱਭ ਗਿਆ। ਉਸ ਨੇ ਹੁਕਮ ਦਿੱਤਾ ਕਿ ਰਾਜ ਦੀ ਸਾਰੀ ਧਰਤੀ ਤੇ ਗਲੀਚੇ ਵਿਛਾ ਦਿੱਤੇ ਜਾਣ। ਵਜ਼ੀਰ ਨੇ ਪੁੱਛਿਆ ਇਹਨਾਂ ਗਲੀਚਿਆਂ ਲਈ ਪੈਸੇ ਕਿੱਥੋਂ ਆਉਣਗੇ ਤਾਂ ਦੂਜੇ ਵਜ਼ੀਰ ਨੇ ਕਿਹਾ ਕਿ ਸਭ ਜਗ੍ਹਾ ਗਲੀਚੇ ਵਿਛਾਉਣ ਦੀ ਥਾਂ ਤੁਸੀਂ ਜੁੱਤੀ ਹੀ ਪਹਿਨ ਲਓ। ਇਹ ਸੁਣ ਕੇ ਰਾਜੇ ਨੇ ਆਪਣੇ ਗਲੀਚੇ ਵਿਛਾਉਣ ਵਾਲਾ ਹੁਕਮ ਵਾਪਸ ਲੈ ਲਿਆ ਤੇ ਨਵਾਂ ਹੁਕਮ ਦੇ ਦਿੱਤਾ ਕਿ ਰਾਜ ਦੀ ਸਾਰੀ ਜਨਤਾ ਨੂੰ ਜੁੱਤੇ ਪਹਿਨਾ ਦਿਓ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਇਹੋ ਜਿਹੇ ਰਾਜੇ ਗੱਦੀ ਤੇ ਬੈਠਣਗੇ ਤਾਂ ਇਹੋ ਜਿਹੇ ਹੀ ਹੁਕਮ ਜਾਰੀ ਹੋਣਗੇ। ਤੇ ਅੱਗੇ ਗੱਲ ਕਰਦੇ ਹਾਂ ਟਾਟਾ ਦੀ, ਜੋ ਕਿ ਇੰਡੀਆ ਦੀ ਬਹੁਤ ਵੱਡੀ ਕੰਪਨੀ ਹੈ ਤੇ ਇਹਨਾਂ ਨੇ ਥੋੜੇ ਸਮੇਂ ਪਹਿਲਾਂ ਟਾਈਮਸ ਆਫ ਇੰਡੀਆ ਨਾਲ ਇੱਕ ਕੋਲੈਬੋਰੇਸ਼ਨ ਕੀਤਾ ਤੇ ਇਸ ਵਿੱਚ ਇਹਨਾਂ ਨੇ ਟਾਈਮਸ ਆਫ ਇੰਡੀਆ ਦੇ ਮੇਨ ਫਰੰਟ ਪੇਜ ਦੇ ਨੇਮ ਵਿੱਚੋਂ ਇੰਡੀਆ ਦੇ ਵਿੱਚੋਂ ਆਈ ਹਟਾ ਦਿੱਤਾ ਤੇ ਇਹੀ ਨਹੀਂ ਇਸ ਦੇ ਨਾਲ ਹੋਰ ਵੀ ਜਿੰਨੇ ਫਰੰਟ ਪੇਜ ਤੇ ਸ਼ਬਦ ਲਿਖੇ ਗਏ ਸੀ ਜਿਨ੍ਹਾਂ ਵਿੱਚ ਆਈ ਆਉਂਦਾ ਹੈ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਆਈ ਹਟਾ ਦਿੱਤਾ ਗਿਆ ਸੀ। ਜਿਵੇਂ ਤੁਸੀਂ ਦੇਖ ਰਹੇ ਹੋ ਇਹ ਦੇਖਣ ਵਿੱਚ ਆਮ ਲੋਕਾਂ ਨੂੰ ਪ੍ਰਿੰਟ ਮਿਸਿੰਗ ਲੱਗਦਾ ਹੈ ਪਰ ਅਖੀਰ ਪੇਜ ਤੇ ਟਾਟਾ ਨੇ ਇਹ ਪ੍ਰਿੰਟ ਕੀਤਾ ਕਿ ਕਿਤੇ ਤੁਹਾਡੇ ਸਰੀਰ ਵਿੱਚੋਂ ਵੀ ਤਾਂ ਆਈ ਮਿਸਿੰਗ ਨਹੀਂ। ਇੱਥੇ ਆਈ ਦਾ ਮਤਲਬ ਆਇਓਡੀਨ ਸੀ। ਟਾਟਾ ਇੰਡੀਆ ਨੂੰ ਅਜਿਹਾ ਦੇਸ਼ ਬਣਾਉਣਾ ਚਾਹੁੰਦਾ ਹੈ ਜਿਸ ਵਿੱਚ ਆਇਓਡੀਨ ਦੀ ਕਿਸੇ ਵੀ ਵਿਅਕਤੀ ਵਿੱਚ ਕਮੀ ਨਾ ਹੋਵੇ ਤੇ ਟਾਟਾ ਨੇ ਇੱਥੇ ਆਪਣੇ ਟਾਟਾ ਨਮਕ ਦੀ ਐਡ ਕੀਤੀ ਸੀ ਜੋ ਕਿ ਬਹੁਤ ਹੀ ਕ੍ਰੀਏਟਿਵ ਵੇ ਵਿੱਚ ਕੀਤੀ ਸੀ। ਸੋ ਇਸ ਤਰ੍ਹਾਂ ਦੀ ਇੱਕ ਐਡਵਰਟਾਈਜ਼ ਰੈੱਡ ਬੁੱਲ ਨੇ 1984 ਵਿੱਚ ਲੰਡਨ ਸ਼ਹਿਰ ਵਿੱਚ ਵੀ ਕੀਤੀ ਸੀ ਜਦੋਂ ਰੈੱਡ ਬੁੱਲ ਆਪਣੀ એનર્ਜੀ ਡਰਿੰਕ ਨੂੰ ਲੰਡਨ ਵਿੱਚ ਲਾਂਚ ਕਰਨਾ ਚਾਹੁੰਦਾ ਸੀ ਪਰ ਉਸ ਸਮੇਂ UK ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ ਜਿਸ ਕਰਕੇ ਰੈੱਡ ਬੁੱਲ ਨੇ ਰੇਡੀਓ ਜਾਂ ਪੋਸਟਰ ਲਾ ਕੇ ਐਡ ਕਰਨ ਦੀ ਬਜਾਏ ਰਾਤ ਨੂੰ ਲੰਡਨ ਸ਼ਹਿਰ ਵਿੱਚ ਪਏ ਡਸਟਬਿਨ ਵਿੱਚ ਰੈੱਡ ਬੁੱਲਸ ਦੇ ਖਾਲੀ ਕੈਨ ਰੱਖ ਦਿੱਤੇ ਤੇ ਖਾਲੀ ਕੈਨਾਂ ਦਾ ਅਗਲੇ ਹੀ ਦਿਨ ਅਸਰ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਲੱਗਿਆ ਕਿ ਬਹੁਤ ਸਾਰੇ ਲੋਕ ਰੈੱਡ ਬੁੱਲ ਪੀ ਰਹੇ ਨੇ ਤੇ ਜਿਸ ਕਰਕੇ ਉਹਨਾਂ ਦੇ ਦਿਮਾਗ ਵਿੱਚ ਇੱਛਾ ਜਾਗੀ ਤੇ ਉਹਨਾਂ ਨੇ ਵੀ ਰੈੱਡ ਬੁੱਲ ਟਰਾਈ ਕੀਤੀ ਜਿਸ ਕਰਕੇ ਬਹੁਤ ਭਾਰੀ ਮਾਤਰਾ ਵਿੱਚ ਰੈੱਡ ਬੁੱਲ ਦੀ ਵਿਕਰੀ ਹੋਣੀ ਸ਼ੁਰੂ ਹੋ ਗਈ ਤੇ ਇਸ ਤਰ੍ਹਾਂ ਰੈੱਡ ਬੁੱਲ ਦਾ ਲੰਡਨ ਦੇ ਵਿੱਚ ਲਾਂਚ ਬਹੁਤ ਸਫਲ ਰਿਹਾ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।